ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 12 ਦਸੰਬਰ 2013 28 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਮੁੱਦਾ ਸਾਂਝਾ ਕਰਨਾ ਚਾਹੋਗੇ? ਹਾਂਜੀ, ਅਜੇ ਤਾਂ ਅਹਿਮ ਮੁੱਦਾ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਅਣਮਿੱਥੇ ਸਮੇਂ ਦਾ ਵਰਤ, ਜਿਹੜਾ ਕਿ ਉਹਨਾਂ ਨੇ ਮੁੱਖ ਮੰਗ ਕਿ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਸਿੰਘ ਬੰਦੀ ਨੇ, ਕੋਈ 18 ਸਾਲ ਤੋਂ, ਕੋਈ 22 ਸਾਲ ਤੋਂ, ਕੋਈ 25 ਸਾਲ ਤੋਂ, ਉਹਨਾਂ ਨੂੰ ਰਿਹਾ ਕੀਤਾ ਜਾਏ ਜੀ। ਔਰ ਜਦੋਂ ਉਹਨਾਂ ਨੇ ਇਹ ਵਰਤ ਸ਼ੁਰੂ ਕੀਤਾ ਤਾਂ ਉਹਨਾਂ ਦੀ ਗਿਣਤੀ 6 ਸਿੰਘਾਂ ਦੇ ਹਵਾਲੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜੀ। ਪਰ 10 ਦਸੰਬਰ ਨੂੰ ਪੰਜਾਬ ਦੇ ਮਨੁੱਖੀ ਅਧਿਕਾਰ ਸੰਗਠਨਾਂ, ਲਾਇਰਸ ਫਾਰ ਹਿਊਮਨ ਰਾਈਟਸ, ਸਿੱਖ ਹਿਊਮਨ ਰਾਈਟਸ ਗਰੁੱਪ ਤੇ ਦੋਵੇਂ ਹੀ ਪੰਥਕ ਸੰਗਠਨਾਂ, ਅਕਾਲੀ ਦਲ ਪੰਚ ਪ੍ਰਧਾਨੀ ਔਰ ਦਲ ਖਾਲਸਾ ਨੇ 119 ਹੋਰ ਜਿਹੜੀ ਹੈ ਸਿੰਘਾਂ ਦੀ ਸੂਚੀ ਰਿਲੀਜ਼ ਕੀਤੀ ਹੈ ਵੇਰਵੇ ਦੇ ਨਾਲ ਜੀ। ਸੋ ਉਹਨਾਂ ਦੀ ਜਦੋਂ ਤੁਸੀਂ ਪੂਰੀ ਘੋਖ ਕਰਦੇ ਹੋ ਤੇ ਉਹਨਾਂ 'ਚ 80 ਸਾਲ ਤੋਂ ਜ਼ਿਆਦਾ, 90 ਸਾਲ ਤੋਂ ਜ਼ਿਆਦਾ ਵੀ, ਡਾਕਟਰ ਆਸਾ ਸਿੰਘ 94 ਸਾਲ ਦੀ ਉਮਰ 'ਚ ਉਹਨਾਂ ਨੂੰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਜੀ, ਉਹ ਵੀ ਸ਼ਾਮਲ ਹੈ। ਸੋ ਜ਼ਾਹਰ ਹੈ ਵੀ ਇਹ ਮੁੱਦਾ ਇੱਕ ਇਸ ਵੇਲੇ ਸਾਡਾ ਸੈਂਟਰਲ ਫੋਕਸ ਹੈ। ਤੇ ਜਿਹੜੀਆਂ ਡਿਵੈਲਪਮੈਂਟਸ ਪਿਛਲੇ 24 ਘੰਟੇ 'ਚ ਹੋਈਆਂ ਨੇ, ਜਦੋਂ ਅਸੀਂ ਕੱਲ੍ਹ ਗੱਲਬਾਤ ਕੀਤੀ ਤੇ ਅਸੀਂ ਕੱਲ੍ਹ ਭਾਈ ਗੁਰਬਖਸ਼ ਸਿੰਘ ਜੀ ਦਾ 48ਵਾਂ ਜਨਮ ਦਿਨ ਵੀ ਸੀ ਜੀ। ਔਰ ਉਸ ਮੌਕੇ ਤੇ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਚਾਹੁੰਦੇ ਨੇ ਜੀ। ਸੋ ਅਸੀਂ ਇਹ ਫਿਕਰ ਜ਼ਾਹਿਰ ਕੀਤਾ ਸੀ, ਖਦਸ਼ਾ ਜ਼ਾਹਿਰ ਕੀਤਾ ਸੀ ਕਿ ਹੋ ਸਕਦਾ ਹੈ ਕਿ ਜਦੋਂ ਮੱਥਾ ਟੇਕਣ ਗਏ ਹੋਣ ਪਿੱਛੇ ਗੁਰਦੁਆਰਾ ਆਮ ਸਾਹਿਬ, ਜਿਹੜਾ ਜਿੱਥੇ ਉਹਨਾਂ ਨੇ ਮੋਰਚਾ ਵਿੱਢਿਆ ਹੋਇਆ ਹੈ ਜੀ, ਉਸ ਤੇ ਧਾਵਾ ਬੋਲਦੇ ਟਾਸਕ ਫੋਰਸ ਔਰ ਉਸ ਨੂੰ ਉਹ ਖਾਲੀ ਕਰਵਾ ਲੈਣ ਜੀ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਾਡਾ ਇਹ ਅੰਦਾਜ਼ਾ ਜਾਂ ਖਦਸ਼ਾ ਠੀਕ ਨਹੀਂ ਨਿਕਲਿਆ, ਠੀਕ ਨਾ ਨਿਕਲਣ ਦੀ ਸਾਨੂੰ ਖੁਸ਼ੀ ਹੈ ਜੀ ਜੀ। ਔਰ ਭਾਈ ਸਾਹਿਬ ਉੱਥੇ ਨਤਮਸਤਕ ਹੋ ਕੇ ਵਾਪਸ ਪਹੁੰਚ ਗਏ ਨੇ। ਔਰ ਚੰਗੀ ਗੱਲ ਇਹ ਹੈ ਵੀ ਜਿਹੜੀਆਂ ਮੀਡੀਆ ਰਿਪੋਰਟਸ ਨੇ, ਜਦੋਂ ਭਾਈ ਸਾਹਿਬ ਦਰਸ਼ਨਾਂ ਦੇ ਲਈ ਗਏ ਤੇ ਉਹਨਾਂ ਦੇ ਨਾਲ ਜਿੱਥੇ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਸ਼ਸ਼ੀ ਕਾਂਤ ਸਨ, ਉੱਥੇ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਫਾਊਂਡਿੰਗ ਫਾਦਰ ਕਿਹਾ ਜਾ ਸਕਦਾ ਹੈ ਮਨੁੱਖੀ ਹੱਕਾਂ ਦੇ ਹਵਾਲੇ ਨਾਲ, 84 ਤੋਂ ਬਾਅਦ ਜਿਵੇਂ ਉਹਨਾਂ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਣਾਈ ਜੀ, ਔਰ ਉਹੀ ਇੰਸਟਰੂਮੈਂਟਲ ਵੀ ਸਨ ਕਿ ਜਿਹੜੀਆਂ ਦਿੱਲੀ ਦੀਆਂ ਗੈਰ ਸਿੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ, ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਜਾਂ ਬਾਅਦ ਦੇ ਵਿੱਚ ਸਿਟੀਜ਼ਨਸ ਫਾਰ ਡੈਮੋਕ੍ਰੇਸੀ, ਉਹਨਾਂ ਨੇ ਜਿਹੜੀਆਂ ਰਿਪੋਰਟਸ ਰਿਲੀਜ਼ ਕੀਤੀਆਂ ਸੀ ਜੂਨ 84 ਦੇ ਹਮਲੇ ਤੋਂ ਇੱਕਦਮ ਬਾਅਦ, ਆਪਰੇਸ਼ਨ ਇਨ ਪੰਜਾਬ, ਤੇ ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਹੂ ਆਰ ਗਿਲਟੀ। ਸੋ ਉਹਦੇ 'ਚ ਵੀ ਕਿਉਂਕਿ ਉਹ ਖੱਬੇ ਪੱਖੀ ਜਥੇਬੰਦੀਆਂ ਨੇ, ਜਸਟਿਸ ਅਜੀਤ ਸਿੰਘ ਬੈਂਸ ਦਾ ਸੰਬੰਧ ਵੀ ਖੱਬੇ ਪੱਖੀ ਵਿਚਾਰਧਾਰਾ ਨਾਲ ਰਹੇ ਜੀ, ਔਰ ਉਹਨਾਂ ਦਾ ਹੀ ਇਹ ਪ੍ਰਭਾਵ ਸੀ ਕਿ ਉਹਨਾਂ ਜਥੇਬੰਦੀਆਂ ਨੇ ਆ ਕੇ ਉਹ ਮੁੱਢਲੀਆਂ ਰਿਪੋਰਟਾਂ ਪਹਿਲਾਂ ਜੂਨ 84 ਦੇ ਕੌਨਟੈਕਸਟ ਔਰ ਬਾਅਦ ਦੇ ਵਿੱਚ ਨਵੰਬਰ 84 ਦੇ ਕੌਨਟੈਕਸਟ ਵੀ ਲਿਖੀਆਂ। ਔਰ ਅੱਜ ਜੇ ਅਸੀਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਪ੍ਰਕਾਸ਼ ਦਾਸ ਸ਼ਾਸਤਰੀ ਔਰ ਮਰ ਗਿਆ HKL ਭਗਤ, ਇਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਦੋਸ਼ੀ ਮੰਨਦੇ ਹੈ ਔਰ ਇਹਨਾਂ ਦੇ ਖਿਲਾਫ 29 ਸਾਲਾਂ ਤੋਂ ਇਹਨਾਂ ਨੂੰ ਜਿਹੜਾ ਚੈਲੰਜ ਕਰ ਰਹੇ ਆ, ਤਾਂ ਉਹਦਾ ਕਾਰਨ ਉਹ ਬੇਸਿਕ ਰਿਪੋਰਟ ਹੈ ਜਿਹਦੇ 'ਚ ਇਹਨਾਂ ਦੇ ਨਾਂ ਜਿਹੜੇ ਨੇ ਉਹ ਸ਼ਾਮਲ ਸੀ। ਔਰ ਉਹਨਾਂ ਜ਼ਮਾਨਿਆਂ 'ਚ ਰਾਜੀਵ ਗਾਂਧੀ, ਕਿਉਂਕਿ ਹੋਣਾ ਤਾਂ ਉਹੀ ਸੀ ਜੋ 29 ਸਾਲਾਂ 'ਚ ਹੋਇਆ, ਸਜ਼ਾ ਤਾਂ ਕਿਸੇ ਨੂੰ ਮਿਲਣੀ ਨਹੀਂ ਸੀ ਜਾਂ ਨਹੀਂ ਮਿਲੀ, ਲੇਕਿਨ ਜਿਨ੍ਹਾਂ ਨੂੰ ਸਿੰਘਾਂ ਨੇ, ਜਿਹਨਾਂ ਦੇ ਨਾਂ ਉਸ ਲਿਸਟ ਵਿੱਚ ਆਏ, ਸਜ਼ਾ ਯਾਫਤਾ ਕੀਤਾ ਦਿੱਲੀ ਦੇ ਵਿੱਚ ਜਾਂ ਦੂਸਰੀਆਂ ਥਾਵਾਂ ਤੇ, ਉਹ ਜਦੋਂ ਇੱਕ ਤੋਂ ਬਾਅਦ ਇੱਕ ਲਲਿਤ ਮਾਕਨ ਔਰ ਅਰਜਨ ਦਾਸ ਇਹ ਸਜ਼ਾ ਯਾਫਤਾ ਹੋਏ, ਤੇ ਰਾਜੀਵ ਗਾਂਧੀ ਨੇ ਇਹਨਾਂ ਹੀ PUCL ਵਾਲਿਆਂ ਦੇ ਲੀਡਰ ਨੂੰ ਸੱਦ ਕੇ, ਔਰ ਉਹਨਾਂ ਜ਼ਮਾਨਿਆਂ 'ਚ ਰਿਟਾਇਰਡ ਚੀਫ ਜਸਟਿਸ ਤਾਰ ਕੁੰਡੇ, ਬੜਾ ਵੱਡਾ ਨਾਂ ਸੀ ਹਿਊਮਨ ਰਾਈਟਸ, ਉਹਨਾਂ ਨੂੰ ਸੱਦ ਕੇ ਨੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਵੀ ਜੇ ਹੁਣ ਇੱਕ ਵੀ ਬੰਦਾ ਮਾਰਿਆ ਗਿਆ ਤੇ ਅਸੀਂ ਤੁਹਾਨੂੰ ਨਹੀਂ ਛੱਡਾਂਗੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਰਿਕਾਰਡ ਕਾਇਮ ਕਰ ਦਿੱਤਾ ਸੀ, ਲੇਕਿਨ ਉਸ ਤੋਂ ਬਾਅਦ ਉਹ ਵੀ ਜਥੇਬੰਦੀਆਂ ਘਬਰਾ ਗਈਆਂ ਜਦੋਂ 86 'ਚ ਉਹਨਾਂ ਨੂੰ ਰੈਕਗਨਾਈਜ਼ ਕਰਨ ਲਈ
ਸਰਬੱਤ ਖਾਲਸਾ ਵੱਲੋਂ ਇਕੱਠ ਹੋਇਆ ਜਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉਹ ਕੋਈ ਸਤਿਕਾਰਤ ਦਿੱਤਾ ਜਾਣਾ ਸੀ ਮੈਡਲ ਵਗੈਰਾ, ਤਾਂ ਉਹਨਾਂ ਨੇ ਨੇੜੇ ਨਹੀਂ ਲੱਗੇ ਫਿਰ ਉਹ ਸਿੱਖਾਂ ਦੇ। ਪਰ ਜਸਟਿਸ ਬੈਂਸ ਦੇ ਹਵਾਲੇ ਨਾਲ ਹੀ ਮੈਂ ਗੱਲ ਕੀਤੀ ਹੈ ਵੀ ਉਹ ਵੀ ਉਹਨਾਂ ਦੇ ਨਾਲ ਸਨ। ਸਰ ਹਰਪਾਲ ਸਿੰਘ ਚੀਮਾ, ਐਕਟਿੰਗ ਪ੍ਰੈਜ਼ੀਡੈਂਟ ਅਕਾਲੀ ਦਲ ਪੰਚ ਪ੍ਰਧਾਨੀ, ਇਸ ਤੋਂ ਇਲਾਵਾ ਲੈਫਟੀਨੈਂਟ ਜਨਰਲ ਕਰਤਾਰ ਸਿੰਘ ਔਰ ਹੋਰ ਵੀ ਕੁਝ ਸ਼ਖਸੀਅਤਾਂ ਜਿਹੜੀਆਂ ਜਿਨ੍ਹਾਂ ਦੇ ਨਾਂ ਆਏ ਨੇ। ਸੋ ਇਹ ਵੀ ਚੰਗੀ ਗੱਲ ਹੈ ਕਿ ਬੇਸ਼ੱਕ ਬਾਦਲ ਦਲ ਔਰ ਸ਼੍ਰੋਮਣੀ ਕਮੇਟੀ ਔਰ ਜਥੇਦਾਰ ਜਿਹੜੇ ਨੇ ਉਹ ਜੇ ਇਹ ਕਿਹਾ ਜਾਏ ਵੀ ਉਹ ਮਾਝੇ ਦਾ ਇੱਕ ਅਖਾਣ ਹੈ ਕਿ ਵੀ ਵੜਵੇ ਜੀਆ ਨਿਕਲਵੇ ਜੀਆ ਜੀ, ਕਿ ਵੀ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸਥਿਤੀ ਨਾਲ ਉਹ ਕਿਵੇਂ ਡੀਲ ਕਰਨ। ਇੱਕ ਪਾਸੇ ਤਾਂ ਉਹ ਧਾਰਮਿਕ ਤੌਰ ਤੇ ਇਸ ਗੱਲ ਨੂੰ ਕਦੇ ਜਥੇਦਾਰ ਕਹਿ ਦਿੰਦੇ ਨੇ ਜੀ ਭੁੱਖ ਹੜਤਾਲ ਰੱਖਣਾ ਮਰਿਆਦਾ ਨਹੀਂ ਹੈ ਜੀ, ਉਵੇਂ ਡਿਕਰਾਈ ਕਰਨਾ ਚਾਹੁੰਦੇ ਨੇ। ਕੁਝ ਜਿਹੜੇ ਨੇ ਉਹ ਹੋਰ ਬਹਾਨੇ ਲੱਭ ਰਹੇ ਨੇ। ਪਰ ਜਦੋਂ ਭਾਈ ਸਾਹਿਬ ਨੇ ਉੱਥੇ ਨਤਮਸਤਕ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਉਹਨਾਂ ਨੂੰ ਸਿਰੋਪਾਓ ਵੀ ਦਿੱਤਾ ਗਿਆ। ਤਾਂ ਅਸੀਂ ਸਮਝਦੇ ਹਾਂ ਵੀ ਅਕਾਲੀ ਔਰ ਇਹ ਵੀ ਉਹਨਾਂ ਨੇ ਦਰਵਾਜ਼ੇ ਖੁੱਲੇ ਰੱਖੇ ਹੋਏ ਨੇ। ਉਹ ਦੇਖ ਰਹੇ ਨੇ ਵੀ ਭਾਰ ਕਿਸ ਪਾਸੇ ਪੈਂਦਾ ਤੇ ਯੂ ਟਰਨ ਮਾਰਨਾ, ਅੱਗੇ ਤਾਂ ਮਾਰੇ ਹੀ ਨੇ 24 ਘੰਟੇ ਉਹਨਾਂ ਲਈ, ਤੇ 24 ਮਿੰਟ ਜਾਂ 24 ਸੈਕਿੰਡ 'ਚ ਵੀ ਯੂ ਟਰਨ ਮਾਰਨਾ ਕੋਈ ਔਖਾ ਕੰਮ ਨਹੀਂ ਜੀ। ਸੋ ਇਹ ਇੱਕ ਤਸੱਲੀ ਵਾਲੀ ਗੱਲ ਹੈ ਕਿ ਭਾਈ ਸਾਹਿਬ ਵਾਪਸ ਆਏ ਨੇ। ਦੂਸਰੀਆਂ ਡਿਵੈਲਪਮੈਂਟ ਜਿਹੜੀਆਂ ਇਸ ਕੇਸ ਦੇ ਹਵਾਲੇ ਨਾਲ ਪਿਛਲੇ 24 ਘੰਟੇ 'ਚ ਹੋਈਆਂ ਨੇ, ਇੱਕ ਪੱਤਰ ਜਥੇਦਾਰ ਅਕਾਲ ਤਖਤ ਸਾਹਿਬ ਦਾ ਭਾਈ ਗੁਰਬਖਸ਼ ਸਿੰਘ ਦੇ ਨਾਂ ਉਹਨਾਂ ਨੂੰ ਡਿਲੀਵਰ ਕੀਤਾ ਗਿਆ ਅੰਬ ਸਾਹਿਬ। ਉਹਦੇ 'ਚ ਕੀ ਹੈ ਅਜੇ ਉਹਦੇ ਕੰਟੈਂਟ ਬਾਰੇ ਪਤਾ ਨਹੀਂ ਹੈ ਜੀ। ਸੋ ਜ਼ਾਹਰ ਹੈ ਕਿ ਇਹ ਕੋਈ ਅਪੀਲ ਵੀ ਹੋ ਸਕਦੀ ਹੈ, ਇਹਦੇ 'ਚ ਕੋਈ ਹੱਲ ਸੁਝਾਉਣ ਦੀ ਗੱਲ ਵੀ ਹੋ ਸਕਦੀ ਹੈ। ਔਰ ਦੂਸਰੀ ਜਿਹੜੀ ਕਿ ਹੁਣੇ ਹੀ 5 ਮਿੰਟ ਪਹਿਲਾਂ ਹੀ ਮੈਂ ਜਿਸ ਖਬਰ ਨੂੰ ਦੇਖਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਅੱਜ ਯਾਨੀ ਕਿ ਉੱਥੇ 13 ਤਰੀਕ ਸਿੱਖ ਕਾਨੂੰਨਦਾਨਾਂ ਦੀ ਇੱਕ ਮੀਟਿੰਗ ਵੀ ਸੱਦੀ ਹੈ। ਔਰ ਉਹਦੇ 'ਚ ਜਿਹੜੇ ਨਾਂ ਡ੍ਰੌਪ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਨੇ ਸੱਦਿਆ, ਉਹਨਾਂ ਦੇ ਵਿੱਚ ਖਾਲਸਾ ਕਾਲਜ ਦੇ ਪ੍ਰਿੰਸੀਪਲ ਤੇ ਉੱਘੇ ਕਾਨੂੰਨੀ ਐਕਸਪਰਟ ਨੇ ਡਾਕਟਰ ਦਲਜੀਤ ਸਿੰਘ ਜੀ। ਔਰ ਇਸੇ ਤਰ੍ਹਾਂ 3 ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਜਿਨ੍ਹਾਂ ਦੇ ਨਾਂ ਨਾਲ ਐਡਵੋਕੇਟ ਲੱਗਾ ਹੋਇਆ। ਪ੍ਰੈਕਟਿਸ ਤਾਂ ਨਹੀਂ ਕਰਦੇ ਉਹ, ਲੇਕਿਨ ਵਕੀਲੀ ਕੀਤੀ ਹੁੰਦੀ ਹੈ। ਜਿਹੜਾ ਕਰ ਲੇ ਉਹ ਫਿਰ ਐਡਵੋਕੇਟ ਬਣ ਹੀ ਜਾਂਦਾ ਹੈ। ਜੀ ਜੀ, ਨਾਂ ਵੀ ਬਣੇ ਲਿਖਤਾ ਲੈਂਦਾ ਹੈ। ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਜਸਵਿੰਦਰ ਸਿੰਘ ਔਰ ਐਡਵੋਕੇਟ ਲਖਵੀਰ ਸਿੰਘ ਸੈਮੀ। ਇਸੇ ਤਰ੍ਹਾਂ ਬੀਬੀ ਕਰਨਜੋਤ ਕੌਰ ਇਹ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ। ਔਰ ਮੈਂ ਸਮਝਦਾ ਹਾਂ ਵੀ ਇਹਨਾਂ ਦਾ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਸਿੱਖ ਰਹਿਤ ਮਰਿਆਦਾ ਦੇ ਮੁੱਦੇ ਤੇ ਕਾਫੀ ਹਾਂ ਪੱਕੀ ਸਟੈਂਡ ਰਿਹਾ ਜੀ। ਔਰ ਇਹ ਮਾਸਟਰ ਤਾਰਾ ਸਿੰਘ ਜੀ ਦੀ ਗ੍ਰੈਂਡ ਡਾਟਰ ਨੇ, ਉਹਨਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਜੀ। ਔਰ ਇਨਫੈਕਟ ਅੱਜ ਦੇ ਟੀਵੀ 84 ਨਿਊਜ਼ ਪ੍ਰੋਗਰਾਮ ਲਈ ਅਸੀਂ ਕਰਨਜੋਤ ਕੌਰ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ, ਹਾਲਾਂ ਮੀਡੀਆ 'ਚ ਖਬਰ ਬਾਅਦ 'ਚ ਆਈ, ਉਹਨਾਂ ਨੇ ਕਿਹਾ ਜੀ ਇੱਕ ਮੀਟਿੰਗ ਸੱਦੀ ਹੋਈ ਹੈ ਅਕਾਲ ਤਖਤ ਸਾਹਿਬ ਤੇ ਵੱਲੋਂ ਤੇ ਉਸ ਤੋਂ ਬਾਅਦ ਹੀ ਮੈਂ ਕੱਲ ਗੱਲ ਕਰ ਸਕਾਂਗੀ ਕੀ ਹੈ। ਸੋ ਸਾਨੂੰ ਇਹ ਲੱਗਦਾ ਹੈ ਵੀ ਅੰਦਰੂਨੀ ਪ੍ਰੈਸ਼ਰ ਜਿਹੜਾ ਹੈ ਉਹ ਇਹਨਾਂ ਤੇ ਬਿਲਟ ਹੋ ਰਿਹਾ ਹੈ ਕਿ ਇਸ ਦਾ ਕੋਈ ਹੱਲ ਲੱਭੋ ਜੀ। ਇਸ ਤੋਂ ਇਲਾਵਾ ਜਿਹੜੇ ਉਸ ਮੀਟਿੰਗ ਜਿਨ੍ਹਾਂ ਨੂੰ ਸੱਦਿਆ, ਸਕੱਤਰ ਸ਼੍ਰੋਮਣੀ ਕਮੇਟੀ ਦਲਮੇਘ ਸਿੰਘ, ਸਾਬਕਾ ਸਕੱਤਰ ਧਰਮ ਪ੍ਰਚਾਰ ਸਰਦਾਰ ਵਰਿਆਮ ਸਿੰਘ। ਹੁਣ ਇਹ ਇੱਕ ਚੰਗੀ ਡਿਵੈਲਪਮੈਂਟ ਹੈ। ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਇਹਨਾਂ ਦੀ ਬੇਈਮਾਨੀ ਜਗ ਜ਼ਾਹਰ ਹੈ ਬਾਦਲ ਦਲੀਆਂ ਦੀ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰੇ ਸੰਘਰਸ਼ ਨੂੰ ਲੀਹੋਂ ਲਾਇਆ ਜੀ। ਪਰ ਅਲਟੀਮੇਟਲੀ ਜੇ ਪ੍ਰੈਸ਼ਰ ਬਿਲਟ ਹੁੰਦਾ ਹੈ, ਜਿਵੇਂ ਕੱਲ ਦਾ ਦਿਨ ਜਾਂ ਪਰਸੋਂ ਦਾ ਦਿਨ 10 ਦਸੰਬਰ 11 ਦਸੰਬਰ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਨੇ ਔਰ ਇੰਨਾ ਕੰਪੈਲਿੰਗ ਸੀ। ਅਸੀਂ ਦੇਖ ਰਹੇ ਸੀ ਕਿ ਵੀ ਇੱਥੋਂ ਦੇ ਸਾਡਾ ਜਿਹੜਾ ਨਿਊਯਾਰਕ ਦਾ ਪ੍ਰੋਟੈਸਟ ਸੀ ਕੈਂਡਲ ਲਾਈਟ ਵਿਜਲ ਜੀ, ਉਹਦੀ ਟੀਵੀ 84 ਨੇ ਤਾਂ ਕਵਰੇਜ ਕੀਤੀ ਫੁੱਲ ਹਾਫ ਐਨ ਆਵਰ। ਪਰ ਡੇ ਐਂਡ ਨਾਈਟ ਨਿਊਜ਼ ਨੇ ਵੀ ਆਪਣਾ 3-4 ਮਿੰਟ ਦਾ ਜਿਹੜਾ ਸੈਗਮੈਂਟ ਹੈ ਉਹ ਇਸ ਪ੍ਰੋਟੈਸਟ ਨੂੰ ਦਿੱਤਾ ਸੀ। ਸੋ ਇਸੇ ਤਰ੍ਹਾਂ ਪੰਜਾਬ ਦੇ ਅਖਬਾਰਾਂ 'ਚ ਵੀ ਭਾਵੇਂ ਜਾਂਦੇ ਜਾਂਦੇ ਹੀ ਖਬਰ ਲੱਗ ਗਈ ਹੈ। ਸੋ ਇਹ ਜਿਹੜਾ ਇੰਨੇ ਪਿਛਲੇ ਅੱਜ 29-30 ਦਿਨ ਹੋ ਗਏ ਨੇ, 30ਵੇਂ ਦਿਨ 'ਚ ਉਹਨਾਂ ਦਾ ਵਰਤ ਜਿਹੜਾ ਉਹ ਪਹੁੰਚ ਗਿਆ ਹੈ ਔਰ ਜਿਹੜਾ ਇਸ ਪੀਰੀਅਡ 'ਚ ਖਬਰ ਕਿਲ ਕੀਤੀ ਸੀ ਉਹਨਾਂ ਨੇ, ਕਿਉਂਕਿ ਸੁਖਬੀਰ ਬਾਦਲ ਤਾਂ ਬੈਠਾ ਹੈ ਉੱਥੇ, ਕੈਮਰੇ ਉਹਦੇ ਆਲੇ ਦੁਆਲੇ ਨੇ ਤੇ ਕਬੱਡੀ ਕੌਡੀ ਹੋ ਰਹੀ ਹੈ। ਔਰ ਕੱਲ ਦੀ ਉਹਨਾਂ ਦੀ ਸਪੀਚ ਸੁਖਬੀਰ ਬਾਦਲ ਜਦੋਂ ਐਡਰੈਸ ਕਰ ਰਿਹਾ, ਉਹ ਪਹਿਲਾਂ ਕਹਿੰਦਾ ਉਹਨਾਂ ਨੂੰ, ਸਰੋਤਿਆਂ ਨੂੰ ਜਿਹੜੇ ਉਹਦੇ ਸਾਹਮਣੇ ਬੈਠੇ ਨੇ ਕਿ ਦੱਸੋ ਮਜ਼ਾ ਆ ਰਿਹਾ ਹੈ, ਫਿਰ ਹੱਥ ਖੜੇ ਕਰੋ ਵੀ ਮਜ਼ਾ ਆ ਰਿਹਾ ਹੈ। ਹੁਣ ਇਹ ਇੱਕ ਪਾਸੇ ਜਦੋਂ ਮੈਂ ਉਹ ਚਾਰਲਸ ਡਿਕਨਸ ਦੀ ਗੱਲ ਕਰਦਾ ਕਿ 2 ਪੰਜਾਬ 2 ਮਾਨਸਿਕਤਾਵਾਂ, ਇੱਕ ਜਿਹੜੇ ਨੇ ਇਆਸ਼ੀ 'ਚ ਗਰਕ ਜੀ ਔਰ ਬਿਲਕੁਲ ਆਪਣੀ ਧਰਤੀ ਦੇ ਨਾਲ ਜਿਹੜਾ ਧਰੋ ਕਮਾਉਣ ਨੂੰ ਤਿਆਰ, ਤੇ ਦੂਜੇ ਪਾਸੇ ਉਸੇ ਧਰਤੀ ਦਾ ਜਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਾਡਲਾ ਜਿਹੜਾ
30 ਦਿਨ ਤੋਂ ਜਿਹੜਾ ਹੈ ਉਸਨੇ ਆਪਣੇ ਆਪ ਨੂੰ ਉਸ ਹਾਲਤ ਚੋਂ ਗੁਜ਼ਾਰਿਆ ਜਾਂ ਗੁਜ਼ਾਰ ਰਿਹਾ ਜੀ ਤਾਂ ਕਿ ਜਿਹੜੇ ਜੇਲ੍ਹਾਂ ਦੇ ਅੰਦਰ ਬੈਠੇ ਨੇ ਉਹ ਬਾਹਰ ਆ ਸਕਣ, ਆਪਣੀਆਂ ਮਾਤਾਵਾਂ ਨੂੰ ਮਿਲ ਸਕਣ, ਆਪਣੀਆਂ ਭੈਣਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੀਆਂ ਵਾਈਫਸ ਨੂੰ। ਜੀ ਸੋ ਇਹ ਜਿਹੜਾ ਕੁੱਲ ਮਿਲਾ ਕੇ ਇਸ ਕਿਸਮ ਦੀ ਬਿਲਕੁਲ ਉਹਨਾਂ ਨੇ ਤਾਂ ਪਹਿਲਾਂ ਇਹਨੂੰ ਖਬਰ ਨੂੰ ਹੀ ਕਿਲ ਕਰ ਦਿੱਤਾ, ਲੇਕਿਨ ਇਹ ਇੱਕ ਮੋਮੈਂਟਮ ਬਿਲਟ ਹੋ ਰਹੀ ਹੈ। ਸਿਰਫ ਇਹਦੇ 'ਚ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਅੱਜ ਹੀ ਮੇਰੀ ਇੱਕ ਬੜੇ ਉੱਘੇ ਜਰਨਲਿਸਟ ਨਾਲ ਵੀ ਗੱਲ ਹੋ ਰਹੀ ਸੀ ਜਿਨ੍ਹਾਂ ਦੀ ਅੱਖ ਬੜੀ ਅੰਦਰੂਨੀ ਸਥਿਤੀ ਦੇ ਉੱਤੇ ਹੁੰਦੀ ਹੈ ਔਰ ਉਹ ਸਾਰੇ ਉਸ ਸਿਚੁਏਸ਼ਨ ਨੂੰ ਕਲੋਜ਼ਲੀ ਵਾਚ ਕਰਦੇ ਨੇ। ਜਿਹੜੇ ਇਸ ਸਾਰੇ ਦੇ ਪਾਤਰ ਨੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਰਾਬਤਾ ਹੈ। ਤੇ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਤੁਹਾਡੀ ਕੀ ਅਸੈਸਮੈਂਟ ਹੈ, ਕਿਉਂਕਿ ਜ਼ਾਹਰ ਹੈ ਵੀ ਅਸੀਂ ਵੀ ਫਿਕਰਮੰਦ ਹਾਂ ਕਿਉਂਕਿ ਅਸੀਂ ਆਪਣਾ ਸਾਰਾ ਵੇਟ ਇਸ ਲਹਿਰ ਦੇ ਪਿੱਛੇ ਸੁੱਟਿਆ ਔਰ ਜ਼ਾਹਰ ਹੈ ਅਸੀਂ ਨਹੀਂ ਚਾਹੁੰਦੇ ਵੀ ਕੱਲ ਨੂੰ ਜਿਹੜੀ ਸਾਡੀਆਂ ਸਿੱਖ ਸੰਗਤਾਂ ਦਾ ਵਿਸ਼ਵਾਸ ਹੈ, ਜਿਸ ਵਿਸ਼ਵਾਸ ਦੇ ਨਾਲ ਅੱਜ ਡੇ ਐਂਡ ਨਾਈਟ ਦਿਨ ਰਾਤ ਤੁਸੀਂ ਇੰਟਰਨੈਟ ਤੇ ਦੇਖੋ, ਸੋਸ਼ਲ ਨੈਟਵਰਕਿੰਗ ਤੇ ਬੱਚੇ ਬੱਚੀਆਂ ਬੈਠੇ ਨੇ, ਫੇਸਬੁੱਕਸ ਬਣ ਰਹੀਆਂ, ਫੇਸਬੁੱਕਸ ਦੇ ਉੱਤੇ ਸਪੋਰਟ ਹੈ, ਕੋਈ ਬੈਨਰ ਲਿਖ ਰਿਹਾ ਹੈ, ਕੋਈ ਕਾਨੂੰਨੀ ਕਾਰਵਾਈ ਦੇ ਲਈ ਕਰ ਰਿਹਾ ਹੈ, ਕੋਈ ਐਡਵਰਟਾਈਜ਼ਮੈਂਟ ਦੇਣ ਲਈ ਪੈਸੇ ਇਕੱਠੇ ਕਰਨ ਵੱਲ ਜਾ ਰਹੇ ਨੇ। ਸੋ ਅਸੀਂ ਨਹੀਂ ਚਾਹੁੰਦੇ ਵੀ ਇੱਕਦਮ ਕੋਈ ਇੰਨੀ ਇੱਕ ਹੋਪ ਕ੍ਰੀਏਟ ਹੋ ਜਾਏ ਕਿ ਜਿਹੜਾ ਮੁੜ ਕੇ ਉੱਥੇ ਕੁਛ ਇਸ ਕਿਸਮ ਦਾ ਹੋ ਜਾਏ ਵੀ ਸਭ ਫੁਸਕ ਹੋ ਜਾਏਗਾ। ਸੋ ਇਸ ਲਈ ਅਸੀਂ ਦੂਸਰੇ ਪੱਖ ਤੇ ਵੀ ਨਜ਼ਰ ਰੱਖੀ ਹੋਈ ਹੈ ਔਰ ਜਿਸ ਪੱਖੋਂ ਥੋੜੀ ਬਹੁਤ ਪਰੇਸ਼ਾਨੀ ਵਾਲੀਆਂ ਖਬਰਾਂ ਨੇ, ਹਾਲਾਂਕਿ ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਾਂਗੇ, ਪਰ ਇੱਕ ਗੱਲ ਜਿਹੜੀ ਜਿਸ ਜਰਨਲਿਸਟ ਦੇ ਹਵਾਲੇ ਨਾਲ ਮੈਂ ਇਹ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਜੀ ਇਸ ਦੇ ਵਿੱਚ ਇੱਕ ਡਰਾਮਾਈ ਜਿਹੜਾ ਐਂਗਲ ਹੈ ਉਹ ਐਡ ਹੋ ਗਿਆ, ਵਿੱਚ ਕਿਤੇ ਨਾ ਕਿਤੇ ਡਰਾਮਾ ਵਿੱਚ ਆ ਗਿਆ। ਹੁਣ ਉਹ ਡਰਾਮਾ ਕੀ ਹੈ ਆਉਣ ਵਾਲੇ ਦਿਨਾਂ 'ਚ ਅਨਫੋਲਡ ਹੋ ਸਕਦਾ ਹੈ, ਪਰ ਸਾਨੂੰ ਇਹ ਲੱਗਦਾ ਹੈ ਵੀ ਜਦੋਂ ਇਸ ਕਿਸਮ ਦੀ ਦੋ ਤਰ੍ਹਾਂ ਹੁੰਦੀਆਂ ਨੇ, ਜਦੋਂ ਤੁਸੀਂ ਕਿਸੇ ਐਜੀਟੇਸ਼ਨ ਨੂੰ ਕਿਲ ਕਰਨਾ ਹੁੰਦਾ ਹੈ, ਪਹਿਲਾਂ ਤਾਂ ਜੇ ਵੈਸਾ ਹੀ ਕੋਈ ਫਰਾਡ ਜਿਹਾ ਬੰਦਾ ਹੋਏ ਜਾਂ ਫਰਾਡ ਗੱਲ ਕਰ ਰਿਹਾ ਹੋਏ ਉਹ ਪਹਿਲੇ ਦਿਨਾਂ 'ਚ ਹੀ ਸਾਹਮਣੇ ਆ ਜਾਂਦਾ, ਉਹ ਵੈਸੇ ਹੀ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ। ਦੂਸਰਾ ਪੈਸੇ ਦੀ ਖੇਡ ਹੁੰਦੀ ਹੈ, ਤੁਸੀਂ ਪੈਸਾ ਸੁੱਟਣਾ ਸ਼ੁਰੂ ਕਰ ਦਿਓ। ਤੇ ਮੈਂ ਜਿਵੇਂ ਇੱਕ ਆਪਣੇ ਬਜ਼ੁਰਗ ਜਿਹੜੇ ਚੜ੍ਹਾਈ ਕਰ ਚੁੱਕੇ ਨੇ, ਵਰਜੀਨੀਆ 'ਚ ਰਹਿੰਦੇ ਸੀ, ਉਹਨਾਂ ਦੀ ਗੱਲ ਅਕਸਰ ਕੋਟ ਕਰਦਾ, ਉਹ ਕਹਿੰਦੇ ਹੁੰਦੇ ਨੇ ਕਿ ਜੀ ਗੋਲੀ ਅੱਗੇ ਖਲੋਣ ਵਾਲੇ ਮਿਲ ਜਾਣਗੇ, ਪੈਸੇ ਅੱਗੇ ਕੋਈ ਕੋਈ ਖਲੋਂਦਾ ਕਿ ਵੀ ਮਰਨ ਲਈ ਮਿਲ ਜਾਣਗੇ ਤਿਆਰ, ਪਰ ਜਦੋਂ ਪੈਸਾ ਸੁੱਟਿਆ ਜਾਂਦਾ ਹੈ ਪੈਸੇ ਦੇ ਸਾਹਮਣੇ ਕੋਈ ਕੋਈ ਖਲੋਂਦਾ। ਇਹ ਵੀ ਇੱਕ ਬੜਾ ਵੱਡਾ, ਔਰ 10ਵੇਂ ਪਾਤਸ਼ਾਹ ਨੇ ਵੀ ਜਦੋਂ ਇੱਕ ਕਾਜ਼ੀ ਨੇ ਜਾਂ ਮੁੱਲਾ ਨੇ ਬਹਾਦਰ ਸ਼ਾਹ ਦੇ ਨਾਲ ਜਦੋਂ 10ਵੇਂ ਪਾਤਸ਼ਾਹ ਦੀ ਨੇੜਤਾ ਵੱਧ ਰਹੀ ਸੀ ਤਾਂ ਉਹਨੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਜੀ ਕਰਾਮਾਤ ਦਿਖਾਓ। ਸੋ ਗੁਰੂ ਸਾਹਿਬ ਨੇ ਕਿਹਾ ਵੀ ਰਾਜਸੀ ਸ਼ਕਤੀ ਕਰਾਮਾਤ ਹੈ, ਪੋਲੀਟੀਕਲ ਪਾਵਰ, ਇਹਨੂੰ ਇਹ ਜਿਹਨੂੰ ਮਰਜ਼ੀ ਮੌਤ ਦੇ ਦੇ, ਜਿਹਨੂੰ ਮਰਜ਼ੀ ਜ਼ਿੰਦਗੀ ਦੇ ਦੇ। ਉਹਨੇ ਕਿਹਾ ਜੀ ਇਹ ਨਹੀਂ, ਹੋਰ ਕਰਾਮਾਤ ਦਿਖਾਓ। ਫਿਰ ਗੁਰੂ ਸਾਹਿਬ ਨੇ ਉਹ ਸਿੱਕਾ ਕੱਢਿਆ, ਉਹਨੇ ਕਿਹਾ ਜੀ ਦੂਸਰੀ ਕਰਾਮਾਤ ਇਹ ਧਨ ਪੈਸਾ, ਪੈਸੇ ਨਾਲ ਕੀ ਨਹੀਂ ਹੋ ਸਕਦਾ। ਔਰ ਸਰ ਕਪੂਰ ਸਿੰਘ ਜਿਹੜੇ ਸਾਡੇ ਵੱਡੇ ਵਿਦਵਾਨ ਨੇ, ਉਹਨਾਂ ਨੇ ਸਾਚੀ ਸਾਖੀ ਕਿਸੇ ਫਿਲਾਸਫਰ ਨੂੰ ਕੋਟ ਕੀਤਾ ਹੋਇਆ ਕਿ ਦੁਨੀਆ ਦੇ ਵਿੱਚ ਹਰ ਇਨਸਾਨ ਦੀ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਉਸ ਕੀਮਤ ਦਾ ਪਤਾ ਹੋਏ। ਤੇ ਜਿਹੜੇ ਵਿਕਣ ਤੋਂ ਇਨਕਾਰੀ ਹੁੰਦੇ ਨੇ ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ, ਸਿਰਾਂ ਦੇ ਮੁੱਲ ਉਹਨਾਂ ਦੇ ਹੁੰਦੇ ਨੇ ਜਿਹੜੇ ਵਿਕਦੇ ਨਹੀਂ। ਸੋ ਇਹ ਵੀ ਇੱਕ ਫੈਕਟਰ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਆਲੇ ਦੁਆਲੇ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੰਦੇ ਹੋ। ਤੀਸਰਾ ਫੈਕਟਰ ਜ਼ਾਹਰ ਹੈ ਕਿ ਜਿਹੜੇ ਨੇੜਲੇ ਪਾਤਰ ਹੁੰਦੇ ਨੇ ਉਹਨਾਂ ਦੀ ਹਉਮੈ ਨੂੰ, ਉਹਨਾਂ ਦੀ ਈਗੋ ਨੂੰ ਮੈਸਾਜ ਕਰਨਾ, ਕਿਸੇ ਦੀ ਈਗੋ ਨੂੰ ਖੜਾ ਕਰਨਾ, ਉਹਨੂੰ ਕਹਿਣਾ ਜੀ ਕੰਮ ਤਾਂ ਤੇਰਾ ਹੈ, ਪਬਲਿਸਿਟੀ ਉਹਨੂੰ ਮਿਲ ਰਹੀ ਹੈ ਜੀ, ਕਿਸੇ ਨੂੰ ਕਹਿਣਾ ਜੀ ਫੋਟੋ ਉਹਦੀ ਲੱਗ ਗਈ, ਤੇਰੀ ਰਹਿ ਗਈ, ਤੇਰਾ ਨਾਂ ਨਹੀਂ ਆਇਆ ਵਿੱਚ, ਉਹਦਾ ਆ ਗਿਆ। ਜਾਂ ਜਿਹੜੇ ਅੱਗੋਂ ਆਰਗੇਨਾਈਜ਼ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਕੋਈ ਆਪਸੀ ਮਨਮੁਟਾਵ ਹੋਏ, ਕੋਈ ਧਿਰਾਂ ਹੋਏ ਕਿ ਸਿਆਸੀ ਉਹਦੇ ਚੋਂ ਲਾਹਾ ਕਿਹਨੇ ਲੈਣਾ। ਸੋ ਅਸੀਂ ਸਮਝਦੇ ਹਾਂ ਵੀ ਏਜੰਸੀਆਂ ਵਾਲੇ ਕੋਈ ਚੁੱਪ ਕਰਕੇ ਨਹੀਂ ਬੈਠੇ ਹੋਏ ਕਿ ਜੀ ਗੁਰਬਖਸ਼ ਸਿੰਘ ਦਾ ਕੇਸ, ਭਾਈ ਗੁਰਬਖਸ਼ ਸਿੰਘ ਇੱਕ ਅਨਨੋਨ ਹਰਿਆਣੇ ਦੇ ਠਸਕਾ ਵਾਲੀ ਪਿੰਡ ਦਾ 48 ਸਾਲਾ ਨੌਜਵਾਨ ਆਲ ਆਫ ਅ ਸਡਨ ਦੁਨੀਆ ਭਰ ਦੇ ਵਿੱਚ ਫੋਕਸ ਬਣ ਗਿਆ। ਏਜੰਸੀਆਂ ਨਹੀਂ ਚਾਹੁੰਣਗੀਆਂ ਵੀ ਉਹਨਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਆਮਨਾ ਬਣੇ, ਉਹਨਾਂ ਦੀ ਇਸ਼ੂ ਦੀ ਕ੍ਰੈਡੀਬਿਲਿਟੀ ਬਣੇ। ਸੋ ਉਹਨਾਂ ਨੇ ਸਾਰੇ ਹਥਿਆਰ ਖੋਲੇ ਹੋਏ ਨੇ, ਸਾਮ ਦਾਮ ਦੰਡ ਭੇਦ। ਔਰ ਇਹ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦਾ ਆਇਆ ਲੈਟਰ ਹੈ, ਹੁਣ ਇਹ ਵਕੀਲਾਂ ਦੀ, ਇਹ ਪੋਜ਼ਿਟਿਵ ਨੇ। ਅਸੀਂ ਚਾਹੁੰਦੇ ਹਾਂ ਵੀ ਰਿਜ਼ੋਲਵ ਹੋਏ, ਇਹਨਾਂ ਦੇ ਜਿਹੜੇ ਅੰਦਰ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਪਰ ਅਸੀਂ ਇੱਕ ਗੱਲ ਜਿਹੜੀ ਇਸ ਸਾਰੀ ਮੁਹਿੰਮ ਦੇ ਵਿੱਚ ਜਿਸ ਗੱਲ ਦੀ ਕਮੀ ਮਹਿਸੂਸ ਕੀਤੀ, ਇੱਕ ਤਾਂ ਜ਼ਾਹਰ ਹੈ ਵੀ ਮੀਡੀਆ ਨੇ ਉੱਥੇ ਫੋਕਸ ਨਹੀਂ ਕੀਤਾ
ਇਸ ਲਈ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਇਸ ਗੱਲ ਬਾਰੇ ਬਹੁਤਾ ਪਤਾ ਨਹੀਂ ਹੈ ਜੀ। ਔਰ ਬਹੁਤ ਸਾਰੇ ਜਿਹੜੇ ਬਾਹਰਲੇ ਸਿੱਖ ਨੇ ਉਹ ਜਦੋਂ ਆਪਣੇ ਘਰਦਿਆਂ ਨੂੰ ਪੇਰੈਂਟਸ ਨੂੰ ਵੀ ਕਾਲ ਕਰਦੇ ਨੇ, ਕੁਝ ਹਾਲਤਾਂ ਜੀਵਨ ਉਹਨਾਂ ਨੂੰ ਵੀ ਨਹੀਂ ਪਤਾ ਜਿਹੜੇ ਇੱਥੇ ਐਕਟਿਵਿਸਟ ਨੇ, ਜਿਹੜੇ ਇੱਥੇ ਐਕਟਿਵ ਨੇ। ਜੀ ਸੋ ਇਹ ਗੱਲ ਜਿਹੜੀ ਹੈ ਇਹ ਸਾਡਾ ਇਸ ਪੱਖੋਂ ਸਾਡੀ ਫੇਲਿਅਰ ਰਹੀ ਕਿ ਉਹਦੇ ਚ ਕੋਈ ਐਡ ਕੈਂਪੇਨ ਹੋਏ, ਨਹੀਂ ਖਬਰ ਲਾਉਂਦੇ, ਪੈਸੇ ਦਿਓ ਕੋਈ ਵੀ ਖਬਰ ਲਾਉਣ ਨੂੰ ਦੇ ਦੇਣਗੇ, ਇਸ਼ਤਿਹਾਰ ਲਾ ਦੇਣਗੇ, ਜੀ। ਲੋਕਾਂ ਨੂੰ ਪਤਾ ਤੇ ਲੱਗਦਾ। ਸੋ ਇਹ ਇੱਕ ਪੱਖ ਜਿਹੜਾ ਹੈ। ਔਰ ਦੂਸਰਾ ਪੱਖ ਜਦੋਂ ਮੈਂ ਹੁਣ ਬੜਾ ਕਲੋਜ਼ਲੀ ਇਨਵੋਲਵ ਹੋਇਆ ਔਰ ਇਹਨਾਂ ਦੀ ਜਿਹੜੀ ਲੀਗਲ ਟੀਮਸ ਨੇ ਉਹਨਾਂ ਦੇ ਨਾਲ ਵੀ ਰਾਬਤਾ ਹੈ, ਤੇ ਮੈਨੂੰ ਲੱਗਦਾ ਹੈ ਵੀ ਜਿਹੜੇ ਈਵਨ ਕੇਸਿਸ ਨੇ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ ਉਹਦੇ ਬਾਰੇ ਆਪਣਾ ਹੋਮਵਰਕ ਅਸੀਂ ਚੰਗੀ ਤਰ੍ਹਾਂ ਨਹੀਂ ਕੀਤਾ। ਜਿਹੜੀ ਗੱਲ ਕਮਜ਼ੋਰ ਹੈ ਔਰ ਹੁਣ ਇਸ ਪੱਖ ਨੂੰ ਅਸੀਂ ਸਮਝਦੇ ਹਾਂ ਵੀ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੇ, ਕੱਲ ਨੂੰ ਵਰਤ ਦਾ ਕੀ ਹਸ਼ਰ ਹੁੰਦਾ ਹੈ, ਉਹ ਕਿਵੇਂ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਜਾਂ ਪੰਜ ਸਿੰਘ ਸਾਹਿਬਾਨ ਉਸ ਬਾਰੇ ਕਿਸ ਨਿਰਣੇ ਤੇ ਆਉਂਦੇ ਨੇ, ਉਹ ਅੱਗੋਂ ਕੀ ਸਟੈਂਡ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਇਹਦੇ ਚੋਂ ਇੱਕ ਗੱਲ ਆਲਰੇਡੀ ਅਸੀਂ ਹਾਸਲ ਕਰ ਲਈ ਹੈ ਕੌਮੀ ਤੌਰ ਤੇ ਕਿ ਜੇਲ੍ਹ ਵਿੱਚ ਬੰਦ ਸਿੰਘਾਂ ਦੇ ਕੇਸ ਦੇ ਉੱਤੇ, ਜਾਂ ਉਹਨਾਂ 'ਚ ਇੱਕ ਭੈਣ ਵੀ ਸ਼ਾਮਲ ਹੈ ਜਿਹੜੀ 119 ਦੀ ਲਿਸਟ ਹੈ, ਜੀ ਉਹਦੇ ਉੱਤੇ ਫੋਕਸ ਹੋ ਗਿਆ। ਸੋ ਹੁਣ ਮੈਂ ਸਮਝਦਾ ਹਾਂ ਵੀ ਜਿਹੜਾ ਰੀਅਲ ਗਰਾਊਂਡ ਵਰਕ ਕਰਨ ਵਾਲਾ ਹੈ ਵੀ ਇਹਨਾਂ ਦੇ ਹਰ ਇੱਕ ਕੇਸ ਦੀ ਫਾਈਲ ਨੂੰ ਚੰਗੇ ਵਕੀਲ ਹਾਇਰ ਕਰਕੇ ਸਟੱਡੀ ਕਰਨ ਦੀ ਲੋੜ ਹੈ ਕਿ ਕਿਵੇਂ ਅਸੀਂ ਉਹਨਾਂ ਨੂੰ, ਕੁਛ ਦੀ ਰਿਹਾਈ ਹੋ ਜਾਏ ਮੋਰਚੇ ਦੇ ਐਂਡ ਤੱਕ ਨਹੀਂ ਵੀ ਹੁੰਦੀ, ਅਦਾਲਤੀ ਕਾਰਵਾਈ 'ਚ ਫੋਕਸ ਹੋਏ ਔਰ ਉਹਨਾਂ ਨੂੰ ਪ੍ਰੋਪਰ ਕਾਨੂੰਨੀ ਸਹਾਇਤਾ ਮਿਲੇ। ਕਾਨੂੰਨੀ ਲੜਾਈ, ਪੋਲੀਟੀਕਲ ਲੜਾਈ ਔਰ ਕੋਈ ਵੀ ਜਿਹੜਾ ਇਸ ਚੋਂ ਜੇ ਆਨਰੇਬਲ ਵੇ ਆਊਟ ਇਸ ਚੋਂ ਐਂਡ 'ਚ ਨਿਕਲ ਆਏ ਤੇ ਮੈਂ ਸਮਝਦਾ ਵੀ ਇਹ ਸਾਡੀ ਇੱਕ ਵੱਡੀ ਪ੍ਰਾਪਤੀ ਹੋਏਗੀ। ਸੋ ਇਹੀ ਅੱਜ ਦਾ ਮੇਨ ਮੈਂ ਸਮਝਦਾ ਕਿ ਵੀ ਸਾਡਾ ਫੋਕਸ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।